हे गाइस यूर ऑन PSCB इंग्लिश ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਕਲਾਸ 11 ਦੀ ਪੋਇਮ ਨੰਬਰ 4 ਉਪਗੁਪਤਾ। ਜਿਹੜੀ ਤੁਹਾਡੀ ਪੋਇਮ ਨੰਬਰ 3 ਹੈ ਟੈਲੀਵਿਜ਼ਨ, ਉਹ ਤੁਹਾਡੇ ਸਿਲੇਬਸ ਵਿੱਚੋਂ ਪੰਜਾਬ ਬੋਰਡ ਨੇ ਕੱਟ ਕਰ ਦਿੱਤੀ ਹੋਈ ਹੈ। ਹੁਣ ਤੁਹਾਡੀ ਜਿਹੜੀ ਪੋਇਮ ਨੰਬਰ 3 ਹੈ ਉਹ ਹੈਗੀ ਉਪਗੁਪਤਾ, ਜੋ ਕਿ ਰਵਿੰਦਰਨਾਥ ਟੈਗੋਰ ਦੁਆਰਾ ਲਿਖੀ ਗਈ ਹੈ। ਅਸੀਂ ਸਾਰੇ ਰਵਿੰਦਰਨਾਥ ਟੈਗੋਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਰਵਿੰਦਰਨਾਥ ਟੈਗੋਰ ਕਾफ़ੀ ਫੇਮਸ ਰਾਈਟਰ ਰਹਿ ਚੁੱਕੇ ਨੇ, ਬਹੁਤ ਹੀ ਫੇਮਸ ਇਨਸਾਨ ਰਹਿ ਚੁੱਕੇ ਨੇ, ਵੱਖਰੇ ਵੱਖਰੇ ਅਵਾਰਡਸ ਦੇ ਨਾਲ ਨਵਾਜ਼ੇ ਗਏ ਨੇ। ਉਹਨਾਂ ਨੂੰ PhD ਡਿਗਰੀ ਦਿੱਤੀ ਹੋਈ ਸੀ ਆਕਸਫੋਰਡ ਯੂਨੀਵਰਸਿਟੀ ਨੇ, ਇੰਨੇ ਵੱਡੇ ਰਾਈਟਰ ਸੀਗੇ। ਲੋਕ ਇੱਦਾਂ PhD ਡਿਗਰੀ ਕਰਦੇ ਨੇ ਅਤੇ ਉਹਨਾਂ ਨੂੰ PhD ਡਿਗਰੀ ਮਿਲੀ ਸੀਗੀ ਐਜ਼ ਅ ਅਵਾਰਡ ਆਕਸਫੋਰਡ ਯੂਨੀਵਰਸਿਟੀ ਵੱਲੋਂ, ਇੰਨੇ ਵੱਡੇ ਰਾਈਟਰ ਸੀਗੇ। ਅਤੇ ਉਹਨਾਂ ਦੁਆਰਾ ਜਿਹੜੀ ਪੋਇਮ ਉਪਗੁਪਤਾ ਹੈ ਉਹ ਲਿਖੀ ਗਈ ਹੈ। ਐਕਚੁਅਲੀ ਇਹ ਜਿਹੜੀ ਪੋਇਮ ਹੈ ਉਹ ਇੱਕ ਟ੍ਰਿਬਿਊਟ ਦਿੱਤਾ ਹੋਇਆ, ਇੱਕ ਸ਼ਰਧਾਂਜਲੀ ਦਿੱਤੀ ਹੋਈ ਹੈ ਉਪਗੁਪਤਾ ਨੂੰ। ਹੁਣ ਉਪਗੁਪਤਾ ਕੌਣ ਸੀਗੇ? ਉਪਗੁਪਤਾ ਇੱਕ ਬੌਧ ਭਿਕਸ਼ੂ ਸੀਗੇ, ਡਿਸਾਈਪਲ ਸੀਗੇ ਬੁੱਧਾ ਦੇ, ਸ਼ਾਗਿਰਦ ਕਹਿ ਸਕਦੇ ਹਾਂ ਅਸੀਂ। ਬੁੱਧਾ ਦੇ ਭਗਵਾਨ ਬੁੱਧ ਜਿਹੜੇ ਸੀਗੇ ਉਹਨਾਂ ਦੇ ਉਹ ਸ਼ਾਗਿਰਦ ਸੀਗੇ, ਅਤੇ ਉਹਨਾਂ ਦੇ ਸੈਲਫ ਕੰਟਰੋਲ ਨੂੰ ਉਹਨਾਂ ਨੇ ਸ਼ਰਧਾਂਜਲੀ ਦਿੰਦੇ ਹੋਏ ਆ ਪੋਇਮ ਲਿਖੀ ਹੈ। ਪੋਇਮ ਤਾਂ ਵੈਸੇ ਕਾਫੀ ਵੱਡੀ ਹੈ, ਆਪਾਂ ਥੋੜ੍ਹੀ ਲਾਈਨਸ ਕਰਕੇ ਪੜ੍ਹਾਂਗੇ ਅਤੇ ਸਮਝਾਂਗੇ। ਪਹਿਲੀ ਲਾਈਨ ਅਸੀਂ ਪੜ੍ਹਾਂਗੇ 1 to 6, ਜਿਹਦੇ ਵਿੱਚ ਕਿਹਾ ਗਿਆ ਹੈ, ਉਪਗੁਪਤਾ the disciple of Buddha lay asleep in the dust by the city wall of Mathura. Lamps were all out, doors were all shut. Stars were all hidden by the murky sky of August, whose feet were those tinkling with anklets touching his breast of a sudden. ਉਪਗੁਪਤਾ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਬੌਧ ਭਿਕਸ਼ੂ ਸੀਗੇ, ਭਗਵਾਨ ਬੁੱਧ ਇੱਕ ਤੁਸੀਂ ਕਹਿ ਸਕਦੇ ਹੋ ਸ਼ਾਗਿਰਦ ਸੀਗੇ। ਇੱਕ ਦਿਨ ਮਥੁਰਾ ਇੱਕ ਸਿਟੀ ਹੈ, UP ਦੇ ਵਿੱਚ ਪੈ ਜਾਂਦਾ। ਉੱਥੇ ਮਥੁਰਾ ਦੀ ਕੰਧ ਦੇ ਕੋਲ ਧਰਤੀ ਦੇ ਉੱਪਰ ਰੇਤ ਵਗੈਰਾ ਪਈ ਹੋਈ ਸੀ, ਅਤੇ ਉਹਦੇ ਉੱਪਰ ਇੱਕ ਬੌਧ ਭਿਕਸ਼ੂ ਜਿਹੜੇ ਸੀਗੇ ਉਹ ਸੁੱਤੇ ਹੋਏ ਸੀਗੇ। ਦੇਰ ਰਾਤ ਹੋ ਚੁੱਕੀ ਸੀ, ਸਾਰੇ ਦੀਪਕ ਜਿਹੜੇ ਸੀਗੇ ਉਹ ਬੁੱਝ ਚੁੱਕੇ ਸੀਗੇ, ਸਾਰੇ ਦਰਵਾਜ਼ੇ ਬੰਦ ਸੀਗੇ। ਅਗਸਤ ਮਹੀਨੇ ਦੀ ਜਿਹੜੀ ਗੱਲ ਹੈ, ਅਤੇ ਉਹ ਉਸ ਦਿਨ ਕੀ ਸੀਗੀ, ਹਨੇਰੀ ਰਾਤ ਸੀਗੀ। ਮਰਕੀ ਹੁੰਦਾ ਹੈ ਅੰਧਕਾਰਮਈ, ਅਤੇ ਉਹ ਜਿਹੜੀ ਰਾਤ ਸੀਗੀ ਹਨੇਰੀ ਅੰਧਕਾਰਮਈ ਰਾਤ ਸੀਗੀ। ਅਸਮਾਨ ਵਿੱਚ ਕੋਈ ਵੀ ਤਾਰੇ ਨਹੀਂ ਸੀਗੇ। ਅਚਾਨਕ ਉਪਗੁਪਤ ਨੂੰ ਪੰਜੇਬਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਐਂਕਲੇਟਸ ਹੁੰਦੀਆਂ ਪੰਜੇਬਾਂ, ਟਿੰਕਲਿੰਗ ਹੁੰਦਾ ਛਣ ਦੀ ਆਵਾਜ਼। ਪੰਜੇਬਾਂ ਦੀ ਛਣ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ, ਅਤੇ ਉਪਗੁਪਤਾ ਜਾਗ ਜਾਂਦੇ ਨੇ। ਹੁਣ ਆਵਾਜ਼ ਕਿਹਦੀ ਸੀਗੀ? ਆ ਜਿਹੜੀ ਆਵਾਜ਼ ਸੀਗੀ ਉਹ ਪੰਜੇਬਾਂ ਦੀ ਆਵਾਜ਼ ਸੀਗੀ। ਪੰਜੇਬਾਂ ਹੁਣ ਪਾਈਆਂ ਹੋਈਆਂ ਸੀ ਇੱਕ ਡਾਂਸਰ ਨੇ, ਇੱਕ ਨ੍ਰਿਤਕੀ ਨੇ, ਜਿਹੜੀ ਪੰਜੇਬਾਂ ਸੀ ਉਹ ਪਾਈਆਂ ਹੋਈਆਂ ਸੀਗੀਆਂ। ਉਸਦੇ ਪੈਰ ਜਿਹੜੇ ਨੇ ਉਹ ਸੁੱਤੇ ਪਏ ਭਿਕਸ਼ੂ ਦੇ ਸੀਨੇ ਨੂੰ ਛੂਹ ਜਾਂਦੇ ਨੇ। ਹੁਣ ਅਗਲੀਆਂ ਲਾਈਨਸ ਵਿੱਚ ਵੇਖਦੇ ਹਾਂ, ਅਗਲੀ ਲਾਈਨਸ ਵਿੱਚ ਕੀ ਹੁੰਦਾ। ਹੀ ਵੋਕ ਅਪ ਸਟਾਰਟਲਡ ਐਂਡ ਅ ਲਾਈਟ ਫਰੋਮ ਅ ਵੂਮਨਸ ਲੈਂਪ ਫੈਲ ਔਨ ਹਿਸ ਫੋਰਗਿਵਿੰਗ ਆਈਜ਼। ਇਟ ਵਾਜ਼ ਅ ਡਾਂਸਿੰਗ ਗਰਲ starred with jewels, wearing a pale blue mantle, drunk with the wine of her youth. How lowered her lamp, and so, young face, austerely beautiful. Forgive me, young ascetic, said the woman, graciously come to my house. The dusty earth is not a fit bed for you. ਸਟਾਰਟਲੈਡ ਹੁੰਦਾ ਹੁਣ ਚੌਂਕ ਕੇ। ਹੁਣ ਉਹ ਚੌਂਕ ਕੇ ਜਾਗ ਜਾਂਦਾ ਨੇ, ਜਿਹੜੇ ਉਪਗੁਪਤ ਨੇ ਉਹ ਚੌਂਕ ਕੇ ਜਾਗ ਜਾਂਦੇ ਨੇ। ਅਤੇ ਉਸ ਜਿਹੜੀ ਲੜਕੀ ਸੀਗੀ, ਉਹ ਜਿਹੜੀ ਵੂਮਨ ਸੀਗੀ, ਉਸਦੇ ਹੱਥਾਂ ਦੇ ਵਿੱਚ ਇੱਕ ਦੀਪਕ ਸੀਗਾ। ਇਸ ਦੀ ਰੋਸ਼ਨੀ ਵਿੱਚ ਉਸਨੇ ਉਪਗੁਪਤ ਦਾ ਚਿਹਰਾ ਵੇਖਿਆ। ਹੁਣ ਭਿਕਸ਼ੂ ਦੀਆਂ ਅੱਖਾਂ ਵਿੱਚ ਮਾਫ਼ ਕਰਨ ਵਾਲਾ ਜਿਹੜਾ ਸੀਗਾ ਉਹ ਭਾਵ ਸੀਗਾ, ਮਤਲਬ ਕਿ ਉਹ ਕਿਸੇ ਨੂੰ ਵੀ ਮਾਫ਼ ਕਰ ਦਿੰਦਾ ਸੀਗਾ। ਉਸਨੇ ਵੇਖਿਆ ਕਿ ਉਹ ਇੱਕ ਡਾਂਸਰ ਸੀਗੀ। ਉਸਦਾ ਪੂਰਾ ਸਰੀਰ ਚਮਕਦੇ ਹੋਏ ਗਹਿਣਿਆਂ ਨਾਲ ਲੱਦਿਆ ਹੋਇਆ ਸੀਗਾ, ਸੱਜਿਆ ਹੋਇਆ ਸੀਗਾ। ਉਸਨੇ ਆਪਣੇ ਆਪ ਨੂੰ ਹਲਕੇ ਨੀਲੇ ਰੰਗ ਦੀ ਚੁੰਨੀ ਨਾਲ ਢੱਕਿਆ ਹੋਇਆ ਸੀਗਾ। ਉਸ ਨੂੰ ਆਪਣੀ ਜਵਾਨੀ ਰੂਪੀ ਸ਼ਰਾਬ ਦਾ ਨਸ਼ਾ ਚੜਿਆ ਹੋਇਆ ਸੀ। ਇੱਥੇ ਹੁਣ ਜਿਹੜੀ ਵਾਈਨ ਦੀ ਗੱਲ ਕੀਤੀ ਹੋਈ ਹੈ, ਉਹ ਵਾਈਨ ਨਹੀਂ ਹੈ, ਅਸਲੀ ਦੀ ਸ਼ਰਾਬ ਨਹੀਂ ਪੀ ਕੇ ਉਹ ਮਸਤ ਹੋਈ ਪਈ ਸੀਗੀ। ਅਸਲੀ ਦੀ ਸ਼ਰਾਬ ਨਹੀਂ ਸੀ ਪੀਤੀ ਹੋਈ ਉਹਨੇ। ਉਸਦੀ ਜਿਹੜੀ ਜਵਾਨੀ ਸੀਗੀ ਉਹ ਇੱਕ ਸ਼ਰਾਬ ਵਾਂਗੂ ਇੱਥੇ ਵਿਖਾਈ ਗਈ ਕਿ ਉਸਨੇ ਆਪਣੀ ਜਵਾਨੀ ਜਿਹੜੀ ਸੀਗੀ, ਜਵਾਨੀ ਦਾ ਨਸ਼ਾ ਉਸਨੂੰ ਚੜਿਆ ਹੋਇਆ ਸੀਗਾ। ਹੁਣ ਜਿਹੜੀ ਡਾਂਸਰ ਸੀਗੀ ਉਹ ਝੁਕ ਜਾਂਦੀ ਹੈ, ਆਪਣਾ ਦੀਪਕ ਜਿਹੜਾ ਹੈ ਉਹ ਥੱਲੇ ਨੂੰ ਕਰਦੀ ਹੈ। ਅਤੇ ਹੁਣ ਜਿਹੜਾ ਉਪਗੁਪਤ ਸੀਗੇ ਉਹ ਜਵਾਨ ਸੀਗੇ, ਖੂਬਸੂਰਤ ਸੀਗੇ। ਫਿਰ ਉਸਨੇ ਸੰਨਿਆਸੀ ਤੋਂ ਮਾफ़ੀ ਮੰਗੀ ਅਤੇ ਉਸ ਨੂੰ ਇਹ ਕਹਿੰਦੇ ਹੋਏ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਕਿ ਉਹ ਉਸਦੇ ਘਰ ਪਧਾਰਨ ਦੀ ਕਿਰਪਾਲਤਾ ਕਰਨ। ਜਿਹੜੀ ਆ ਧੂੜ ਮਿੱਟੀ ਭਰੀ ਜਿਹੜੀ ਆ ਜ਼ਮੀਨ ਹੈ, ਆ ਉਹਨਾਂ ਦੇ ਲਈ ਸਹੀ ਬਿਸਤਰਾ ਨਹੀਂ ਹੈ। ਉਹਨਾਂ ਦਾ ਸਹੀ ਬਿਸਤਰਾ ਜਿਹੜਾ ਉਹ ਡਾਂਸਰ ਦੇ ਘਰ ਵਿੱਚ ਹੈ। ਹੁਣ ਅੱਗੇ ਕੀ ਹੁੰਦਾ ਉਹ ਵੀ ਪੜ੍ਹ ਲੈਂਦੇ ਹਾਂ। ਅਗਲੀ ਲਾਈਨਸ ਵਿੱਚ ਲਿਖਿਆ ਹੈ, The young ascetic answered, Woman, go on your way. When the time is ripe, I will come to you.
Suddenly the black night showed its teeth in a flash lightning. The storm growled from the corner of the sky, and the woman trembled in fear of some unknown danger. ਹੁਣ ਅਸੈਕਟਿਕ ਸਾਧੂ ਸੰਨਿਆਸੀ ਤੁਹਾਨੂੰ ਪਹਿਲੇ ਦੱਸਿਆ ਸੀਗਾ। ਹੁਣ ਜਿਹੜਾ ਸੰਨਿਆਸੀ ਸੀਗਾ, ਹੁਣ ਉਪਗੁਪਤ ਸੀਗਾ, ਉਸਨੇ ਉੱਤਰ ਦਿੱਤਾ ਕਿ ਉਸ ਵੂਮਨ ਨੂੰ ਕਿ ਤੂੰ ਆਪਣੇ ਰਸਤੇ ਉੱਪਰ ਜਾ ਅਤੇ ਮੈਨੂੰ ਮੇਰੇ ਰਸਤੇ ਉੱਤੇ ਜਾਣ ਦੇ। ਮੈਂ ਤੇਰੇ ਘਰ ਆਵਾਂਗਾ ਜਦੋਂ ਇਸ ਦੇ ਲਈ ਇੱਕ ਸਹੀ ਟਾਈਮ ਆਏਗਾ, ਜਦੋਂ ਕਿ ਇਸ ਦੇ ਲਈ ਉਚਿਤ ਸਮਾਂ ਆਵੇਗਾ, ਮੈਂ ਉਦੋਂ ਤੇਰੇ ਘਰ ਆਵਾਂਗਾ। ਅਚਾਨਕ ਉੱਥੇ ਹਨੇਰੀ ਕਾਲੀ ਰਾਤ ਵਿੱਚ ਬਿਜਲੀ ਚਮਕਦੀ ਹੈ, ਅਸਮਾਨ ਦੇ ਕੋਨੇ ਤੋਂ ਗਰਜ ਦੇ ਨਾਲ ਤੂਫਾਨ ਚੱਲਣ ਲੱਗਾ। ਇਸ ਨਾਲ ਉਹ ਇਸਤਰੀ ਡਰ ਗਈ ਅਤੇ ਡਰ ਦੇ ਮਾਰੇ ਕੰਬਣ ਲੱਗੀ। ਅਗਲੀ ਲਾਈਨਸ ਵਿੱਚ ਲਿਖਿਆ ਹੈ, ਦ ਬ੍ਰਾਂਚਿਸ ਆਫ ਦ ਵੇਸਾਈਡ ਟਰੀਜ਼ ਵਰ ਆਰਕਿੰਗ ਵਿਦ ਬਲੋਸਮ, gay notes of a flute come floating in the warm spring air from afar. The citizens had gone to the woods for the festival of flowers. From the mid sky gazed the full moon on the shadows of the silent town. The young ascetic was walking in a lonely street, while overhead the love-sick coils uttered from the mango branches their sleepless plaint. Upagupta passed through the city gates and stood at the base of the rampart. ਵੇ ਸਾਈਡ ਹੁੰਦਾ ਹੈ ਸੜਕ ਜਾਂ ਫਿਰ ਰਸਤੇ ਦਾ ਕੋਈ ਕਿਨਾਰਾ, ਅਤੇ ਫੁੱਲ ਆਫ ਬਲੋਸਮਸ ਨਵੀਆਂ ਪੰਖੜੀਆਂ ਦੇ ਨਾਲ ਭਰੇ ਹੋਏ, ਗੇ ਪ੍ਰਸੰਨਤਾਪੂਰਵਕ, ਨੋਟਸ ਸੁਰ ਅਤੇ ਫਲੋਟਿੰਗ ਟੈਬ ਦੇ ਹੋਏ। ਹੁਣ ਕੀ ਹੁੰਦਾ ਹੈ, ਕੁਝ ਸਮੇਂ ਬਾਅਦ ਬਸੰਤ ਰੁੱਤ ਦਾ ਸਮਾਂ ਸੀਗਾ। ਸੜਕ ਦੇ ਕੰਢੇ ਉੱਪਰ ਉੱਗੇ ਹੋਏ ਜਿਹੜੇ ਦਰਖਤ ਸੀਗੇ, ਉਹਨਾਂ ਦੀਆਂ ਟਹਿਣੀਆਂ ਦੀ ਪੰਖੁੜੀਆਂ ਜਿਹੜੀਆਂ ਸੀਗੀਆਂ, ਉਸ ਦੇ ਪੰਖੁੜੀਆਂ ਦੇ ਨਾਲ ਉਹਨਾਂ ਦੀ ਟਹਿਣੀਆਂ ਜਿਹੜੀਆਂ ਸੀਗੀਆਂ ਉਹ ਭਰੀਆਂ ਹੋਈਆਂ ਸੀਗੀਆਂ। ਬਸੰਤ ਰੁੱਤ ਦੀ ਸੁਹਾਵਣੀ ਹਵਾ ਵਿੱਚ ਵੰਜਲੀ ਦੇ ਮਿੱਠੇ ਸੁਰ ਕਿਸੇ ਦੂਰ ਥਾਂ 'ਤੇ ਸੁਣਾਈ ਦੇ ਰਹੇ ਸੀਗੇ। ਹੁਣ ਜਿਹੜਾ ਸ਼ਹਿਰ ਸੀਗਾ, ਮਥੁਰਾ ਸੀਗਾ, ਉਸ ਦੇ ਸਾਰੇ ਲੋਕ ਫਲਾਵਰਸ ਦਾ ਜਿਹੜਾ ਉੱਥੇ ਫੈਸਟੀਵਲ ਸੀਗਾ, ਫੁੱਲਾਂ ਦਾ ਜਿਹੜਾ ਉਤਸਵ ਸੀਗਾ, ਉਸ ਨੂੰ ਮਨਾਉਣ ਦੇ ਲਈ ਜੰਗਲ ਵਿੱਚ ਗਏ ਹੋਏ ਸੀਗੇ। ਪੂਰਾ ਚੰਦਰਮਾ ਬਹੁਤ ਉਚਾਈ 'ਤੇ ਅਸਮਾਨ ਦੇ ਮੱਧ ਵਿੱਚ ਚਮਕ ਰਿਹਾ ਸੀਗਾ। ਇਹ ਹੇਠਾਂ ਖਾਮੋਸ਼ ਪਈ ਨਗਰੀ ਦੇ ਪਰਛਾਵਿਆਂ ਨੂੰ ਵੇਖਦਾ ਹੋਇਆ ਪ੍ਰਤੀਤ ਹੋ ਰਿਹਾ ਸੀਗਾ। ਇਸ ਸਮੇਂ ਉਹ ਜਵਾਨ ਸੰਨਿਆਸੀ ਇੱਕ ਸੁਨਸਾਨ ਗਲੀ ਵਿੱਚ ਤੁਰਿਆ ਜਾ ਰਿਹਾ ਸੀਗਾ। ਹੁਣ ਆ ਜਵਾਨ ਸੰਨਿਆਸੀ ਉਪਗੁਪਤਾ ਹੀ ਸੀਗਾ। ਕੋਇਲਾਂ ਅੰਬਾਂ ਦੇ ਬਾਗ ਵਿੱਚ ਬੈਠੀਆਂ ਹੋਈਆਂ ਸਨ। ਉਹ ਰਾਤ ਦੀ ਖਾਮੋਸ਼ੀ ਵਿੱਚ ਆਪਣੇ ਪਿਆਰ ਦੇ ਦੁੱਖ ਭਰੇ ਗੀਤ ਗਾ ਰਹੀਆਂ ਸਨ। ਉਪਗੁਪਤ ਨਗਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਅਤੇ ਕੰਧ ਦੇ ਲਾਗੇ ਖੜਾ ਹੋ ਗਿਆ। Was that a woman lying at his feet in the shadow of the mango grove, struck with black pestilence, her body spotted with sorts of smallpox? She had been hurriedly removed from the town to avoid her poisonous contagion. The ascetic sat by her side, took her head on his knees, and moistened her lips with water and smeared her body with sandal balm. Who are you, merciful one? Asked the woman. The time at last has come to visit you, and I am here, replied the young ascetic. ਹੁੰਦਾ ਕੀ ਹੈ, ਹੁਣ ਜਿਹੜਾ ਉਪਗੁਪਤ ਹੈ ਉਹ ਅੰਬਾਂ ਦੇ ਗਾਰਡਨ ਦੇ ਵਿੱਚ ਪਰਛਾਵੇਂ ਦੇ ਵਿੱਚ ਆਪਣੇ ਪੈਰਾਂ ਦੇ ਕੋਲ ਇੱਕ ਇਸਤਰੀ ਨੂੰ ਪਏ ਹੋਏ ਦੇਖਦਾ ਹੈ। ਉਹ ਇੱਕ ਭਿਆਨਕ ਬਿਮਾਰੀ ਦੇ ਨਾਲ ਪੀਰੀਅਡ ਸੀਗੀ। ਉਸ ਨੂੰ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੋਈ ਸੀਗੀ, ਹੌਰੀਬਲ ਡਿਸੀਜ਼ ਸੀਗਾ ਉਸਨੂੰ। ਉਸ ਦੇ ਪੂਰੇ ਸਰੀਰ ਦੇ ਉੱਪਰ ਫੋੜੇ ਵਗੈਰਾ ਨਿਕਲੇ ਹੋਏ ਸੀਗੇ, ਸਮੌਲ ਪੌਕਸ ਹੋਇਆ ਦਾ ਸੀ ਉਸਨੂੰ। ਉਸ ਦੀ ਭਿਆਨਕ ਬਿਮਾਰੀ ਦੇ ਕਾਰਨ ਉਸਨੂੰ ਸ਼ਹਿਰ ਵਿੱਚੋਂ ਹੀ ਬਾਹਰ ਕੱਢ ਦਿੱਤਾ ਗਿਆ ਸੀਗਾ। ਉਸਨੇ ਉਸਦੇ ਸਿਰ ਨੂੰ ਆਪਣੇ ਗੋਡਿਆਂ 'ਤੇ ਰੱਖ ਦਿੱਤਾ। ਹੁਣ ਉਪਗੁਪਤ ਨੇ ਜਿਹੜੀ ਉਹ ਲੇਡੀ ਸੀਗੀ, ਜਿਹੜੀ ਉਹ ਡਾਂਸਰ ਸੀਗੀ, ਉਸਨੇ ਸਿਰ ਨੂੰ ਆਪਣੇ ਗੋਡਿਆਂ ਦੇ ਉੱਪਰ ਰੱਖ ਲਿਆ। ਉਸਨੇ ਉਸਦੇ ਬੁੱਲਾਂ ਦੇ ਉੱਪਰ ਪਾਣੀ ਪਾਇਆ, ਉਸਦੇ ਸਰੀਰ ਨੂੰ ਮਲਮ ਵਗੈਰਾ ਲਗਾਈ। ਉਸ ਇਸਤਰੀ ਨੇ ਪੁੱਛਿਆ ਕਿ ਤੂੰ ਕੌਣ ਹੈ? ਮਰਸੀਫੁਲ ਵਨ, ਮਰਸੀਫੁਲ ਹੁੰਦਾ ਹੈ ਦਿਆਲੂ ਪਰਸਨ। ਤਾਂ ਉਸਨੇ ਪੁੱਛਿਆ ਕਿ ਹੇ ਦਇਆਵਾਨ, ਤੁਸੀਂ ਕੌਣ ਹੋ? ਹੁਣ ਜਿਹੜਾ ਉਪਗੁਪਤ ਹੈ, ਜਵਾਨ ਸੰਨਿਆਸੀ ਸੀਗਾ, ਉਸਨੇ ਉੱਤਰ ਦਿੱਤਾ, ਸ਼ਾਇਦ ਤੈਨੂੰ ਯਾਦ ਹੋਵੇ ਮੈਂ ਤੈਨੂੰ ਇੱਕ ਵਾਰ ਦੱਸਿਆ ਸੀ ਕਿ ਮੈਂ ਸਹੀ ਟਾਈਮ ਆਉਣ ਦੇ ਉੱਪਰ ਤੇਰੇ ਕੋਲ ਆਵਾਂਗਾ। ਹੁਣ ਆਖਿਰ ਤੇਰੇ ਕੋਲ ਆਉਣ ਦਾ ਸਮਾਂ ਆ ਗਿਆ ਹੈ ਅਤੇ ਮੈਂ ਇੱਥੇ ਤੇਰੇ ਕੋਲ ਬੈਠਾ ਹਾਂ। ਹੁਣ ਇੱਥੇ ਸੈਲਫ ਕੰਟਰੋਲ ਦੱਸਿਆ ਗਿਆ ਸੀ। ਇਸ ਪੋਇਮ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਸੈਲਫ ਕੰਟਰੋਲ ਦੱਸਿਆ ਸੀਗਾ ਉਪਗੁਪਤ ਦਾ, ਸੰਨਿਆਸੀ ਦਾ। ਸੈਲਫ ਕੰਟਰੋਲ ਦੇ ਨਾਲ ਉਸਨੇ ਉਸ ਵੂਮੈਨ ਨੂੰ ਠੁਕਰਾ ਦਿੱਤਾ ਸੀਗਾ, ਉਸ ਦਾ ਜਿਹੜਾ ਇਨਵੀਟੇਸ਼ਨ ਸੀਗਾ ਉਸਨੂੰ ਠੁਕਰਾ ਦਿੱਤਾ ਸੀਗਾ। ਅਤੇ ਬਾਅਦ ਵਿੱਚ ਜਦੋਂ ਉਸ ਵੂਮੈਨ ਨੂੰ ਸ਼ਹਿਰ ਵਿੱਚੋਂ ਹੀ ਬਾਹਰ ਕੱਢ ਦਿੱਤਾ ਸੀਗਾ, ਉਸ ਨੂੰ ਜਦੋਂ ਕੋਈ ਮੂੰਹ ਵੀ ਲਗਾ ਕੇ ਕੋਈ ਰਾਜੀ ਨਹੀਂ ਸੀਗਾ, ਉਸ ਟਾਈਮ 'ਤੇ ਉਸ ਦੀ ਹੈਲਪ ਕਰਨ ਉਪਗੁਪਤਾ ਆਇਆ ਅਤੇ ਉਸ ਲੜਕੀ ਦੀ ਜਾਨ, ਉਸ ਡਾਂਸਰ ਦੀ ਜਾਨ ਉਪਗੁਪਤਾ ਨੇ ਬਚਾਈ।
ਆਸ਼ਾ ਕਰਦਾ ਹਾਂ ਕਿ ਤੁਹਾਨੂੰ ਪੋਇਮ ਸਮਝ ਆ ਗਈ ਹੋਵੇਗੀ। ਲਾਈਕ ਕਰਨਾ ਨਾ ਭੁੱਲਿਓ, ਸਬਸਕ੍ਰਾਈਬ ਕਰਿਓ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ। ਧੰਨਵਾਦ।